हेलो दोस्तों, लास्ट लैक्चर ਦੇ ਵਿੱਚ ਆਪਾਂ ਯੂਕਲਿਡ ਵੰਡ ਪ੍ਰਮੇय ਬਾਰੇ ਅੰਕਗਣਿਤ ਮੂਲਭੂਤ ਪ੍ਰਮੇय ਬਾਰੇ ਗੱਲ ਕੀਤੀ ਹੋਈ ਹੈ। ਇਸ ਟੌਪਿਕ ਦੇ ਵਿੱਚ ਜੋ ਆਪਾਂ ਗੱਲ ਕਰਨ ਜਾ ਰਹੇ ਹਾਂ ਉਹ ਅਪਰਿਮੇय ਸੰਖਿਆਵਾਂ ਜੋ ਤੁਸੀਂ 9th ਕਲਾਸ ਦੇ ਵਿੱਚ ਪੜ੍ਹ ਚੁੱਕੇ ਹੋ। ਅਪਰਿਮੇय ਸੰਖਿਆਵਾਂ ਇਰਰੈਸ਼ਨਲ ਨੰਬਰਸ ਬਾਰੇ ਗੱਲ ਕਰ ਰਹੇ ਹਾਂ। ਉੱਥੇ ਆਪਾਂ ਕੀਤਾ ਸੀ ਜੋ ਸੰਖਿਆਵਾਂ ਪ੍ਰਿਮੇय ਨਹੀਂ ਹੁੰਦੀਆਂ ਜਿਵੇਂ √2 √3 √5 ਪਾਈ, ਉਹ ਸਾਰੀਆਂ ਕਿਹੜੀਆਂ ਹੁੰਦੀਆਂ ਨੇ, ਮਤਲਬ ਜਿਹੜੀਆਂ ਹੱਲ ਨਹੀਂ ਹੋ ਸਕਦੀਆਂ ਉਹ ਸਾਰੀਆਂ ਕਿਹੜੀਆਂ ਹੁੰਦੀਆਂ ਨੇ, ਅਪਰਿਮੇय। ਆਪਾਂ ਲਿਖ ਲਿਆ। ਇੱਥੇ ਕੀ ਕਰਾਂਗੇ, ਇਹਨਾਂ ਨੂੰ ਸਿੱਧ ਕਰਾਂਗੇ। ਕੁਐਸਚਨ ਕੀ ਹੈ, ਸਿੱਧ ਕੀ ਕਰਾਂਗੇ? ਸਿੱਧ ਕਰੋ √2 वर्गमूल 2 एक अपरिमेय संख्या है। सिद्ध करांगे ते ਇਹਦੇ ਵਿੱਚ ਕੀ ਕਰਨਾ ਹੈ? ਦੇਖੋ, ਸਭ ਤੋਂ ਵੱਡੀ ਖਾਸੀਅਤ ਇਸ ਟੌਪਿਕ ਦੇ ਵਿੱਚ ਆਪਾਂ ਯੂਕਲਿਡ ਨੂੰ ਵੀ ਵਰਤਾਂਗੇ, ਵੰਡ ਪ੍ਰਮੇय ਨੂੰ। ਇਸ ਟੌਪਿਕ ਦੇ ਵਿੱਚ ਆਪਾਂ ਅੰਕਗਣਿਤ ਮੂਲਭੂਤ ਪ੍ਰਮੇय ਪ੍ਰਾਈਮ ਫੈਕਟਰਾਈਜੇਸ਼ਨ ਜਿਹੜੀ ਅਪਾਤ ਗੁਣਨਖੰਡ ਦੀ ਗੱਲ ਕੀਤੀ ਸੀ ਆਪਾਂ ਉਹਨੂੰ ਵੀ ਵਰਤਾਂਗੇ। ਕਿਵੇਂ? ਆਜੋ ਆਪਾਂ ਸ਼ੁਰੂ ਕਰੀਏ। ਸਭ ਤੋਂ ਵੱਡੀ ਗੱਲ ਦੋਸਤੋ, ਇਹ ਇੱਕ ਸਟੈਂਡਰਡ ਰਿਜ਼ਲਟ ਹੈ ਕਿ √2 ਅਪਰਿਮੇय ਸੰਖਿਆ ਹੈ। ਇਹ ਸਹੀ ਹੈ। ਤੇ ਮੈਥ ਦੇ ਵਿੱਚ ਜਦੋਂ ਸਹੀ ਗੱਲ ਰਿਜ਼ਲਟ ਨੂੰ ਸਿੱਧ ਕਰਨਾ ਹੋਵੇ ਆਪਾਂ ਹਮੇਸ਼ਾ ਉਲਟਾ ਲੈ ਕੇ ਚੱਲ ਰਹੇ ਹਾਂ। ਉਲਟਾ ਫਿਰ ਕੀ ਲਿਆ? ਮੰਨ ਲਓ √2 ਇੱਕ परिमेय संख्या है। ਆਪਾਂ ਉਲਟਾ ਲੈ ਕੇ ਚੱਲਦੇ ਹਾਂ, ਕੌਂਟਰਾਡਿਕਸ਼ਨ, ਕਿ ਇਹ ਕੀ ਹੈ? ਇੱਕ अपरिमेय संख्या है। हुण जदों यह परिमेय संख्या है तो इसकी परिभाषा की होगी? ये किहदे बराबर आऊगा? P वटा क्यू, जिथे P क्यू संपूर्ण संख्यावां हन। यही परिभाषा सी ना अपनी, आप 8वीं क्लास तो करते आ रहे हैं। क्यू बराबर नहीं 0 दे। एक सब तो इंपॉर्टेंट चीज़ जिहड़ी इत्थे ध्यान च रखनी है, P ਅਤੇ Q ਵਿਚਕਾਰ ਕੋਈ ਵੀ ਸਾਂਝਾ ਗੁਣਨਖੰਡ ਨਹੀਂ। ਹੁਣ ਇਸ ਲਾਈਨ ਦਾ ਕੀ ਮਤਲਬ ਹੋਇਆ? ਮੈਂ ਉਦਾਹਰਨ ਲੈ ਕੇ ਚੱਲਦਾ ਕਿਉਂਕਿ ਮੇਰੀ ਕੋਸ਼ਿਸ਼ ਹੈ ਮੈਂ ਹਰੇਕ ਸਟੈਪ ਤੁਹਾਨੂੰ ਸਮਝਾਉਂਗਾ। ਸਾਂਝਾ ਗੁਣਨਖੰਡ ਨਹੀਂ। ਆਪਾਂ ਜਦੋਂ ਕੁਐਸਚਨ ਕੀਤੇ ਆ ਮੈਥ ਦੇ ਵਿੱਚ, ਮੰਨ ਲਓ ਤੁਹਾਡਾ ਕੋਈ ਵੀ ਕੁਐਸਚਨ ਹੱਲ ਕਰਕੇ 6/8 ਆ ਗਿਆ ਤਾਂ ਤੁਸੀਂ ਦੋਸਤੋ 6/8 ਲਿਖਦੇ ਸੀ ਕਿ 2 ਨਾਲ ਵੰਡ ਕੇ ਤੁਹਾਨੂੰ ਆਨਸਰ ਆ ਮਿਲਦਾ ਸੀ। ਮੇਰਾ ਪਹਿਲਾ ਕੁਐਸਚਨ ਆਹ ਆਨਸਰ ਮਿਲਦਾ ਸੀ ਕਿ ਆਹ ਆਨਸਰ ਮਿਲਦਾ ਸੀ? ਆਪਾਂ ਨੂੰ ਹਮੇਸ਼ਾ ਆਹ ਆਨਸਰ ਮਿਲਦਾ ਸੀ, ਜੋ ਉਹਨੂੰ ਸਿੰਪਲ ਫਾਰਮ 'ਚ ਵੰਡਣ ਤੋਂ ਬਾਅਦ ਜਿਹੜਾ ਉਹਦਾ ਮਿਆਰੀ ਰੂਪ ਰਹਿ ਜਾਂਦਾ ਹੈ, ਸਰਲਤਮ ਰੂਪ ਰਹਿ ਜਾਂਦਾ ਹੈ, ਉਹ ਆਪਣਾ ਆਨਸਰ ਹੁੰਦਾ ਸੀ। ਕਿਉਂਕਿ ਜੋ ਮਿਆਰੀ ਰੂਪ ਕੀ ਕਹਿੰਦਾ ਹੈ? ਇਹਨਾਂ ਦੋਹਾਂ ਦੇ ਵਿਚਕਾਰ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੋਣਾ ਚਾਹੀਦਾ, ਕਿ ਦੋਨੋਂ ਕਿਸੇ ਵੀ ਸਾਂਝੀ ਸੰਖਿਆ 'ਤੇ ਨਹੀਂ ਵੰਡੇ ਜਾਣੇ ਚਾਹੀਦੇ। ਇਹ ਲਾਈਨ ਮੈਂ ਲਿਖੀ ਹੈ, ਉਹ ਆਪਾਂ ਆਲਰੇਡੀ ਕਰਦੇ ਆ ਰਹੇ ਹਾਂ 8ਵੀਂ ਕਲਾਸ ਤੋਂ, ਮੈਂ ਸਿਰਫ ਲਿਖਿਆ ਇੱਥੇ। ਠੀਕ ਹੋ ਗਿਆ? ਹੁਣ ਕਿਉਂਕਿ √2 ਹੈ, ਵਰਗਮੂਲ ਨੂੰ ਹੱਲ ਕਰਨ ਲਈ ਕੀ ਕਰਦੇ ਹਾਂ ਆਪਾਂ? ਵਰਗ ਕਰਨ ਤੇ ਵਰਗਮੂਲ 2 ਦੀ 2 ਘਾਤ। ਆਪਾਂ ਦੋਨੋਂ ਪਾਸੇ ਕੀ ਕਰਤਾ? ਵਰਗ ਕਰਤਾ। ਵਰਗਮੂਲ 2 ਦੀ 2 ਵਾਰ ਗੁਣਾ ਕੀਤੀ, P ਦੀ 2 Q ਦੀ 2, ਤੇ ਆਪਾਂ ਨੂੰ ਪਤਾ ਅਗਰ 2 ਵਾਰ ਗੁਣਾ ਕਰਾਂਗੇ ਕੀ ਆ ਗਿਆ? ਇਹ 2 ਆ ਗਿਆ। ਤਾਂ ਆਪਣੇ ਕੋਲ ਦੇਖੋ ਕੀ ਆ ਗਿਆ? 2 ਬਰਾਬਰ P ਦੀ 2 ਵਟੇ Q ਦੀ 2। ਇਹ ਕਿਹਦੇ ਬਰਾਬਰ ਆ ਗਿਆ? P ਦੀ 2। ਮੈਂ ਇਹਦੇ ਨਾਲ ਇੱਧਰ ਤਿਰਛੀ ਗੁਣਾ ਕਰਤੀ ਤਾਂ P ਦੀ 2 ਬਰਾਬਰ 2 Q ਦੀ 2 ਹੋ ਗਿਆ। ਹੁਣ ਮੈਥ ਦੇ ਵਿੱਚ ਇੱਕ ਰਿਜ਼ਲਟ ਹੈ। ਕੀ ਰਿਜ਼ਲਟ ਹੈ? ਜੇਕਰ ਕੋਈ ਸੰਖਿਆ, ਕੋਈ ਵੀ ਸੰਖਿਆ ਲੈ ਰਹੇ ਹੋ, ਮੰਨ ਲਓ A ਲੈ ਲਈ ਆਪਾਂ, ਇੱਕ ਸੰਖਿਆ, ਇੱਥੇ ਕੋਈ ਵੀ ਹੋ ਸਕਦਾ, 2 3 4 5 6 7 8, P ਦੀ 2 ਨੂੰ ਵੰਡਦੀ ਹੈ ਤਾਂ ਇਹ P ਨੂੰ ਵੀ ਵੰਡੇਗੀ। ਇਹ ਆਪਣੇ ਕੋਲ ਇੱਕ ਥਿਓਰਮ ਹੈ ਜਿਹਦਾ ਪ੍ਰੂਫ ਨਹੀਂ ਹੈਗਾ, ਆਪਾਂ ਸਿਰਫ ਉਹਦਾ ਰਿਜ਼ਲਟ ਕਰਨਾ ਹੈ, ਤਾਂ ਉਹਨੂੰ ਵੀ ਇਹ ਵੰਡੇਗੀ। ਤੇ ਫਿਰ ਇਹਦਾ ਮਤਲਬ ਕੀ ਹੋਇਆ? ਮੈਂ ਉਦਾਹਰਨ ਸਮਝਾਣਾ। ਜਦੋਂ P ਦੀ ਘਾਤ 2 ਦੀ ਗੱਲ ਕਰਦੇ ਹਾਂ, ਦੇਖੋ संख्या
3 6 ਦੀ 2 ਨੂੰ ਵੰਡਦੀ ਹੈ ਨਾ, ਵੰਡਦੀ ਹੈ ਨਾ। ਤਾਂ ਜਿਹੜਾ 6 ਦੀ 2 ਹੈ ਉਹ ਤਾਂ ਹੀ ਵੰਡੂਗੀ ਜੇ ਉਹਦੇ ਵਿੱਚ 3 ਹੋਊਗਾ। ਆਪਾਂ ਕਹਿੰਦੇ ਨਾ ਕੋਈ ਸੰਖਿਆ ਵੰਡਦੀ ਹੈ ਤਾਂ ਕਿ ਉਹਦੇ ਗੁਣਨਖੰਡ ਦੇ ਵਿੱਚ 3 ਹੋਵੇ, ਤਾਂ ਹੀ ਵੰਡਦੀ ਹੈ ਨਾ। ਤੇ ਜੇ ਕੱਲਾ 6 ਰਹਿ ਜਾਊਗਾ ਉਹ ਵੀ ਕੀ ਹੋਊਗਾ, 2 ਗੁਣਾ 3, ਕਿਉਂਕਿ 2 ਘਾਤ ਦਾ ਮਤਲਬ ਕੀ ਹੈ, ਉੱਥੇ ਜਿਹੜੀਆਂ ਵੀ ਸੰਖਿਆਵਾਂ ਗੁਣਨਖੰਡ ਰੂਪ 'ਚ ਆ ਰਹੀਆਂ ਨੇ ਉਹ ਸਾਰੀਆਂ ਘੱਟੋ ਘੱਟ 2 ਵਾਰ ਤਾਂ ਹੈਗੀਆਂ ਨੇ। ਤੇ ਜਦੋਂ ਇਹ ਇਹਦੀ 2 ਘਾਤ ਨੂੰ ਵੰਡੂਗੀ ਇਹ ਇਹਦੀ 1 ਘਾਤ ਨੂੰ ਵੀ ਕੀ ਕਰੂਗੀ, ਵੰਡੂਗੀ, ਹੈ ਨਾ। ਆਪਣੀ ਜਿਹੜੀ ਅੰਕ ਗਣਿਤ ਮੂਲਭੂਤ ਪ੍ਰਮੇय ਇਹੀ ਕਹਿ ਰਹੀ ਸੀ ਨਾ, ਆਪਾਂ ਇਹੀ ਕੀਤਾ ਨਾ। ਕੀ ਕੀਤਾ ਸੀ ਇਹਦੇ ਵਿੱਚ, ਹਰੇਕ ਭਾਜ ਸੰਖਿਆ ਨੂੰ ਅਭਾਜ ਸੰਖਿਆਵਾਂ ਦੇ ਗੁਣਨਫਲ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ, ਪਹਿਲੀ ਲਾਈਨ। ਦੂਸਰੀ ਲਾਈਨ ਜਿਹੜੀ ਉਹਦੀ ਬਣਤਰ ਹੈ ਉਹਦੇ ਕ੍ਰਮ ਤੋਂ ਹਟ ਕੇ ਵਿਲੱਖਣ ਹੈ। ਬਣਤਰ ਦਾ ਮਤਲਬ ਇਹੀ ਹੈ ਨਾ ਕਿ ਇਹਨੂੰ ਤਾਂ ਵੰਡਾਂਗੇ ਜੇ ਇਹਦੇ ਵਿੱਚ 3 ਹੋਊਗਾ। ਤਾਂ 2 ਘਾਤ ਹੈ, 3 2 ਵਾਰ ਤਾਂ ਹੋਣਾ ਹੈ, ਤਾਂ ਇਹਦਾ ਮਤਲਬ ਉਹ ਉੱਥੇ ਕੀ ਹੋ ਜੂਗੀ, ਵੰਡੀ ਜਾਊ। ਤਾਂ ਆਪਾਂ ਇਸ ਦੀ ਗੱਲ ਕਰਾਂਗੇ ਇੱਥੇ, ਜਿਹੜੀ ਆਪਣੀ ਇਹ ਥਿਓਰਮ ਹੈ। ਹੁਣ P ਦੀ 2 ਬਰਾਬਰ 2 Q ਦੀ 2, ਮਤਲਬ ਇੱਥੇ 2 ਨਾਲ ਇਹਦੀ ਗੁਣ ਹੈਗੀ ਹੈ ਨਾ, 2 ਨਾਲ ਗੁਣ ਹੈ। ਤਾਂ ਇਸ ਲਈ ਫਿਰ ਕੀ ਹੋ ਗਿਆ, P ਦੀ 2 2 ਨਾਲ ਵੰਡੀ ਜਾਵੇਗੀ, ਕਿਉਂਕਿ ਇੱਧਰ ਜਦੋਂ ਆਪਾਂ 2 ਨਾਲ ਗੁਣਾ ਕਰਾਂਗੇ ਜਿਸ ਤੇ ਸੰਖਿਆ ਆ ਗਈ ਤਾਂ ਇਹ ਸੰਖਿਆ 2 ਨਾਲ ਵੰਡੀ ਜਾਊ। ਜੇ P ਦੀ 2 ਆ ਰਿਜ਼ਲਟ ਆ ਰਿਹਾ 2 ਨਾਲ ਵੰਡੀ ਜਾਏਗੀ ਤਾਂ P ਵੀ 2 ਨਾਲ ਵੰਡੀ ਜਾਵੇਗੀ। ਤੇ ਜਦੋਂ 2 ਨਾਲ ਵੰਡੀ ਜਾਊਗੀ, ਯੂਕਲਿਡ ਨੇ ਆਪਾਂ ਨੂੰ ਕੀ ਕਿਹਾ ਹੋਇਆ ਹੈ, ਯਾਦ ਕਰੋ, ਆਹੀ ਹੈ, ਸੰਖਿਆ 2 ਨਾਲ ਵੰਡੀ ਗਈ, ਬਾਕੀ ਆ ਗਿਆ 0। ਮੈਂ ਉਰੇ ਕਿਊ ਨਹੀਂ ਪਾਇਆ ਕਿਉਂਕਿ ਕਿਊ ਆਪਣੇ ਕੋਲ ਆਲਰੇਡੀ ਇੱਥੇ ਹੈਗਾ, ਮੈਂ ਇੱਥੇ m ਪਾ ਲਿਆ। ਯੂਕਲਿਡ ਆਪਣਾ ਕੀ ਕਹਿ ਰਿਹਾ ਸੀ, a ਬਰਾਬਰ bq ਪਲਸ r, ਅਗਰ ਕੋਈ ਸੰਖਿਆ 2 ਤੇ ਵੰਡੀ ਜਾਂਦੀ ਹੈ ਤਾਂ ਬਾਕੀ ਕਿੰਨਾ ਆ ਗਿਆ, 0। ਕਿਊ ਦਾ ਸਿਰਫ ਇਹੀ ਮਕਸਦ ਸੀ, ਕਿਉਂਕਿ ਕਿਊ ਆਲਰੇਡੀ ਇੱਥੇ ਚੱਲ ਰਿਹਾ ਸੀ, ਤਾਂ ਮੈਂ ਇਹਦੀ ਜਗ੍ਹਾ ਤੇ ਕੀ ਲੈ ਲਿਆ, m ਲੈ ਲਿਆ। ਤਾਂ ਯੂਕਲਿਡ ਨਾਲ ਵਰਤਿਆ ਗਿਆ, 2 ਨਾਲ ਵੰਡੀ ਗਈ, ਤਾਂ p ਕਿੰਨਾ ਆ ਗਿਆ, 2m। ਇਹਨੂੰ 1 ਵਿੱਚ ਭਰੋ, ਸਮੀਕਰਨ 1 ਵਿੱਚ ਭਰਨ ਤੇ। ਠੀਕ ਦੋਸਤੋ, ਕੁਛ ਨਹੀਂ ਕੀਤਾ ਹੁਣ ਤੱਕ, ਜੋ ਚੱਲ ਰਿਹਾ ਦੇਖੋ ਥਿਓਰਮਾਂ ਮੈਂ ਪੈਰਲਲ ਤਾਂ ਹੀ ਲਿਖਣਾ ਇਸ ਚੀਜ਼ ਦੇ। ਜਦੋਂ ਆਪਾਂ ਉਹਨੂੰ ਸਮੀਕਰਨ 1 ਦੇ ਵਿੱਚ ਭਰਿਆ ਤਾਂ ਜਿੱਥੇ P ਹੈ ਉਹਦੀ ਥਾਂ ਤੇ ਕੀ ਆ ਗਿਆ, 2m ਦੀ 2 ਬਰਾਬਰ 2Q ਦੀ 2, 2 ਦੂਣੀ 4, 2 ਦੇ ਪਹਾੜ ਤੇ ਵੰਡਿਆ ਗਿਆ 2, ਤਾਂ ਉਲਟਾ ਲਿਖ ਰਿਹਾ ਮੈਂ, Q ਦੀ 2 ਕਿਹਦੇ ਬਰਾਬਰ ਆ ਗਿਆ, 2m ਦੀ 2। ਤਾਂ ਫਿਰ ਇਹਦਾ ਮਤਲਬ ਕੀ ਹੋ ਗਿਆ, ਹੁਣ ਇਹ ਵੀ 2 ਦੇ ਨਾਲ ਗੁਣਾ ਹੋ ਰਹੀ ਹੈ, ਤਾਂ ਇਸ ਲਈ Q ਦੀ 2 ਸੰਖਿਆ 2 ਨਾਲ ਵੰਡੀ ਜਾਵੇਗੀ। ਜੇ Q ਦੀ 2 ਨਾਲ ਵੰਡੀ ਜਾਏਗੀ ਤਾਂ ਆਪਣੀ ਥਿਓਰਮ ਕੀ ਕਹਿ ਰਹੀ ਸੀ, Q ਵੀ 2 ਨਾਲ ਵੰਡੀ ਜਾਵੇਗੀ। ਆ ਲਾਈਨ ਤੇ ਆ ਲਾਈਨ ਜਿਹੜੀ ਮੈਂ ਇਸ ਤੇ ਗੱਲ ਕੀਤੀ ਸੀ, ਮੈਂ ਇਸ ਤੇ ਆ ਰਿਹਾ ਹੁਣ। P ਵੀ 2 ਤੇ ਵੰਡੀ ਗਈ, Q ਵੀ 2 ਤੇ ਵੰਡੀ ਗਈ, ਦੋਨੇ ਸੰਖਿਆਵਾਂ 2 ਤੇ ਵੰਡੀਆਂ ਜਾਂਦੀਆਂ ਨੇ, ਇਹਦਾ ਮਤਲਬ ਦੋਨੇ ਸੰਖਿਆਵਾਂ 2 ਦੀਆਂ ਗੁਣਜ ਨੇ, ਜਿਸਤ ਸੰਖਿਆਵਾਂ ਨੇ। ਤਾਂ ਇਸ ਲਈ P ਅਤੇ Q ਵਿੱਚ ਜਿਹੜਾ ਸਾਂਝਾ ਗੁਣਨਖੰਡ ਹੋਊਗਾ ਉਹ ਘੱਟੋ ਘੱਟ 2 ਤਾਂ ਹੋਣਾ, ਦੋਨੇ 2 ਤੇ ਵੰਡੀਆਂ ਜਾ ਰਹੀਆਂ ਨੇ ਤਾਂ ਘੱਟੋ ਘੱਟ 1 2 ਤਾਂ ਹੋਣਾ ਹੈ। ਲੇਕਿਨ ਆਪਾਂ ਕੀ ਗੱਲ ਕੀਤੀ ਆ, ਦੇਖੋ ਧਿਆਨ ਨਾਲ, ਕਿ ਉਹਨਾਂ ਦੇ ਵਿੱਚ ਕੋਈ ਵੀ ਸਾਂਝਾ ਗੁਣਨਖੰਡ ਨਹੀਂ, ਤੇ ਆਪਣੇ ਕੋਲ ਕੀ ਆ ਗਿਆ, 2 ਆ ਗਿਆ। ਤਾਂ ਫਿਰ ਜੋ ਆਪਾਂ ਸੋਚਿਆ ਸੀ ਆਪਾਂ ਉਲਟਾ ਲੈ ਕੇ ਚੱਲੇ ਸੀ, ਇਸ ਲਈ ਸਾਡੀ ਧਾਰਨਾ ਕੀ ਹੋ ਗਈ, ਜੋ ਅਸੀਂ ਮੰਨਿਆ ਉਹ ਕੀ ਹੋ ਗਿਆ, ਗਲਤ ਹੋ ਗਿਆ। ਸਾਡੀ ਧਾਰਨਾ ਗਲਤ ਹੈ, ਤਾਂ ਇਸ ਲਈ ਅੰਡਰਰੂਟ 2 ਇੱਕ अपरमेय संख्या है। दोस्तों आ क्वेश्चन है जिस ते आपां गल कीती सी, सिर्फ कुछ थ्योरम से आपां गल कर रहे हैं, जो वर्क है थ्योरम की आपां कर रहे हैं। मैं
ਇੱਕ ਐਗਜ਼ਾਮਪਲ ਹੋਰ ਲੈ ਰਹੇ ਹਾਂ ਇਹਦੀ, ਇਹਨੂੰ ਹੋਰ ਕਲੀਅਰ ਕਰਨ ਦੇ ਲਈ √3 ਤੇ ਆਪਾਂ ਗੱਲ ਕਰ ਰਹੇ ਹਾਂ। ਹੁਣ ਥੋੜਾ ਜਿਹਾ ਹੋਰ ਕਲੀਅਰ ਹੋ ਜਾਊਗਾ ਇੱਕ ਨਾਲ ਦੇ ਕੁਐਸਚਨ, ਕਿਉਂਕਿ ਜਦੋਂ ਆਪਾਂ ਇੱਕ ਨਾਲ ਦੇ 2-3 ਕੁਐਸਚਨ ਕਰਾਂਗੇ ਨਾ ਇਹ ਹੋਰ ਕਲੀਅਰ ਹੋ ਜਾਊਗਾ। सिद्ध करो √3 एक अपरिमेय संख्या है। तो फिर हल की होया? उल्टा। मान लो √3 एक परिमेय संख्या है। जे परिमेय है तो परिभाषा की कहती है, इसलिए √3 किहदे बराबर आ गया? P/Q दे, जिथे PQ संपूर्ण संख्यावां हन, Q बराबर नहीं 0 दे। ते मेन गल अपनी की आ गई? P ਅਤੇ Q ਵਿਚਕਾਰ ਕੋਈ ਵੀ ਸਾਂਝਾ ਗੁਣਨਖੰਡ नहीं है ना? यही हो गया ना। इधर वर्गमूल है, दोनों पासे वर्ग करन दे। √3 की घात 2 √3 गुना √3 P दी 2 Q दी 2, 3 बराबर P दी 2 बटे Q दी 2, 3 नाल गुना होगी। आ गया पहला स्टेप है ना। हुण ये हो गया नंबर 1। उत्थे की कीता सी आपां 2 नाल देखिया सी तां 2 नाल वंडनयोग सी, इत्थे इहदे 3 दे नाल गुना है, इसलिए P दी 2 3 नाल वंडी जाती है, वंडी जाएगी, वंडन योग है, जो भी तुसीं पंजाबी लिख सकते हो। जे P दी 2 3 नाल वंडी जाएगी तो जिहड़ी P भी है 3 नाल वंडी जाएगी, है ना। तो जे 3 नाल वंडी जाएगी तो यूक्लिड की कहता फिर P बराबर 3m, बाकी की आ गया 0। यूक्लिड यही कह रहा ना, 3m एक विच भरन ते, एक विच भरन ते। एक की हो गया, जिथे P है ਉਹਦੀ ਥਾਂ ਤੇ 3m आ गया, 3m ਦੀ 2 बराबर 3Q ਦੀ 2, तीओ तीओ 9 बराबर 3Q ਦੀ 2, ਤੇ Q ਦੀ 2 9m ਦੀ 2 ਵਟਾ 3, तीओ तीओ 9। ਹੁਣ Q ਦੀ 2 ਕਿਹਦੇ ਬਰਾबर ਆ ਗਿਆ ਦੋਸਤੋ? 3m ਦੀ 2 ਤੇ। ਤਾਂ ਇਸ ਲਈ ਕਿਉਂਕਿ ਇਹ ਵੀ ਕੀ ਹੋ ਗਿਆ, 3 ਨਾਲ ਗੁਣਾ ਹੋ ਗਿਆ, Q ਦੀ 2 3 ਨਾਲ ਵੰਡੀ ਜਾਵੇਗੀ। ਤੇ ਜੇ Q ਦੀ 2 3 ਨਾਲ ਵੰਡੀ ਜਾਊਗੀ ਤਾਂ ਥਿਓਰਮ ਕੀ ਕਹਿ ਰਹੀ ਸੀ? Q ਵੀ 3 ਨਾਲ ਵੰਡੀ ਜਾਵੇਗੀ। ਤਾਂ ਫਿਰ ਯੂਕਲਿਡ ਨੇ ਕੀ ਕਿਹਾ? Q ਬਰਾਬਰ 3m + 0 3m। ਤਾਂ ਇਹਦਾ ਮਤਲਬ ਕੀ ਹੋ ਗਿਆ ਫਿਰ? ਜਦੋਂ ਇਹ 3 ਨਾਲ ਵੰਡੀ ਗਈ, ਤੁਸੀਂ ਇੱਥੇ ਵੀ ਛੱਡ ਸਕਦੇ ਹੋ ਜਾਂ ਇਹ ਲਿਖ ਸਕਦੇ ਹੋ, ਇਹ 3 ਨਾਲ ਵੰਡੀ ਗਈ ਤਾਂ P ਅਤੇ Q ਵਿਚਕਾਰ ਸਾਂਝਾ ਜੋ ਗੁਣਨਖੰਡ ਹੈ ਘੱਟੋ ਘੱਟ 1 3 ਆਪਣੇ ਕੋਲ ਹੈਗਾ, ਕਿਉਂਕਿ ਦੋਨੇ 3 ਤੇ ਵੰਡੇਗੀ। ਆਹ ਲਾਈਨ ਛੱਡ ਵੀ ਸਕਦੇ ਹੋ, ਲਿਖ ਵੀ ਸਕਦੇ ਹੋ, ਕੋਈ ਗੱਲ ਨਹੀਂ। 3 ਦਾ ਹੋ ਗਿਆ, ਤੇ ਜਦੋਂ 3 ਦਾ ਹੋ ਗਿਆ ਆਪਾਂ ਕੀ ਲੈ ਕੇ ਚੱਲੇ ਸੀ? ਉਹਨਾਂ ਦੇ ਵਿਚਕਾਰ ਕੋਈ ਵੀ ਸਾਂਝਾ ਗੁਣਨਖੰਡ ਨਹੀਂ ਹੈ। ਇਸ ਲਈ ਜੋ ਅਸੀਂ ਧਾਰਨਾ ਕੀਤੀ ਸੀ, ਕਿਹੜੀ ਧਾਰਨਾ ਕੀਤੀ ਸੀ ਆਪਾਂ? ਕਿ √2 ਇੱਕ ਪਰਿਮੇय ਸੰਖਿਆ ਹੈ, ਉਹ ਗਲਤ ਹੈ। ਤਾਂ √3 ਇੱਕ अपरिमेय संख्या है। इसे तरीके नाल आपां इन्हां क्वेश्चनस नूं हल कर सकते हैं। √2 हुण मान लो √5 आ जांदा, √5 5 तां किन्ने नाल वंडी जांदी है? 5 नाल वंडी जांदी,
5m बन जाता, सेम क्वेश्चन बन जाता। इस तरीके नाल 7 का 8 का आप क्वेश्चन कर सकते सी। हुण आप मिक्स कर रहे हैं क्वेश्चन नूं। हुण आप अगले क्वेश्चन से गल करते हैं जिस मिक्स क्वेश्चन है। देखो इत्थे तो आप जो गल की सी कला √2 √3 √5 या 7 दी सी। हुण मिक्स क्वेश्चन आ रहा अपने कोले। सिद्ध करो 2 + √3 एक अपरमेय संख्या है। की फर्क पै गया? पहला कला यह सी, हुण उहदे नाल कोई संख्या प्लस या माइनस करती। करांगे उम्मीद स्टार्ट उल्टा। मान लो 2 + √3 एक परिमेय संख्या है ना। तो जे परिमेय संख्या है इसलिए 2 + √3 किहदे बराबर आ गया? P/Q दे, जिथे P ते Q संपूर्ण संख्यावां हन, Q बराबर नहीं 0 दे। इत्थे जिहड़ी मैं तीसरी लाइन लिखी सी कि P ते Q दे विचकार कोई भी साझा गुणनखंड नहीं है, इत्थे आपां नूं उहदी जरूरत नहीं पैनी क्योंकि आपां नूं उहदे कंट्राडिक्शन की कोई जरूरत नहीं। इत्थे एक फर्क पता की पैना हुण देखो, उत्थे आपां इहनूं सारे नूं हल कीता सी, इत्थे नहीं। इत्थे आपां की करांगे, अपरमेय संख्या रह गई एक पासे, ठीक, वो चली गई उधरले पासे, हो गया। हुण P/Q, P/Q किहड़ी संख्या है? परिमेय। ते परिमेय संख्या दे विचों कोई भी एक परिमेय संख्या जोड़िए या घटाइए वो की हुंदा है? वो भी परिमेय हुंदा है। आपां 8वीं क्लास एक प्रॉपर्टी कीती सी, क्लोजर प्रॉपर्टी, बंद गुण समापन गुण। दो परिमेय संख्यावां दा जोड़ या घटा परिमेय संख्या हुंदा है। तो ये भी परिमेय संख्या, ये भी परिमेय संख्या, दोहां दा घटा करांगे की होगी? ये परिमेय संख्या है ना, होगी ना। परंतु √3 कला √3 आप तो उरे 2 की गल की सी, मैं √3 की गल कर रहा। वो की है? अपरिमेय संख्या है ना। तो फिर जी समीकरण 1 बन गई। 1 के हिसाब नाल खब्बे पासे तो आ गई अपरिमेय संख्या, सज्जे पासे की आ गई? परिमेय संख्या। यही हो गया ना। खब्बे हथ की आ गई? अपरिमेय संख्या। सज्जे हथ की आ गई? परिमेय संख्या। तो फिर अपरिमेय की परिभाषा की है? जेड़ी परिमेय ना होवे, पर ये दोनों की आ गए? बराबर आ गए, जो संभव नहीं है। इसलिए साडी जिहड़ी धारणा है, किहड़ी धारणा? जो आपां सोचिया 2 + √3 परिमेय संख्या, वो की होगी? गलत होगी। तो 2 + √3 एक अपरिमेय संख्या है। ये हो गया था रिजल्ट। एक होर अगर मैं गल करा इत्थे, इतना तो रिजल्ट हो गया, हल करने की लोड़ नहीं। आपां की कीता? परिमेय एक साइड ते करते, अपरिमेय एक साइड ते करते, उन्होंने हल करते। 9वीं क्लास दे विच आपां एक रिजल्ट किया सी, अपनी 10वीं क्लास दे विच भी लिखिया होया है। परिमेय संख्या, एक परिमेय संख्या अते एक अपरिमेय संख्या दा जोड़ अते घटा भी अपरिमेय संख्या होता है। बस शर्त की होनी चाहिए है, जिहड़ी परिमेय संख्या है ये 0 नहीं होनी चाहिए। 0 तो बिना कोई मर्जी परिमेय संख्या होवे अते एक अपरिमेय होवे, उहदा जोड़ ते घटा भी की हुंदा? अपरिमेय। ये आपां 9वीं क्लास कर चुके हैं। 10वीं क्लास भी अपने को ये लाइन ऑफ प्रॉपर्टीज लिखिया हुई, तुसीं चैक कर सकते हो। तो हुण उहदे हिसाब नाल चलदा। देखो अपने कोल की है दोस्तों, 2 + √3 है ना।
दो किहड़ी संख्या है? परिमेय संख्या। √3 होगी अपरिमेय संख्या, है ना। तो असी जानते हैं हुण इत्थे की आ गया अपने कोले परिमेय ते अपरिमेय का जोड़ कि परिमेय संख्या अते अपरिमेय संख्या का जो जोड़ है वो की हुंदा है? अपरिमेय संख्या हुंदा है। इसलिए 2 + √3 एक अपरिमेय संख्या है। तो उस प्रॉपर्टी के हिसाब नाल आपां इसनूं इस अकॉर्डिंग भी कर सकते हैं। हुण आपां कुछ उदाहरण होर लैंदे आ। सिद्ध करो 5 + 3 √2 एक अपरिमेय संख्या है। ठीक, उल्टा कॉन्ट्राडिक्शन। मान लो 5 + 3 √2 एक परिमेय संख्या है। तो जे यह परिमेय संख्या है ये किहदे बराबर आ गया? 5 + 3 √2 बराबर P/Q दे, जिथे PQ संपूर्ण संख्यावां हन अते Q बराबर नहीं 0 दे। तो हुण अपना टारगेट की है दोस्तों? आपां कल्ली अपरिमेय वाली इधर रखनी है ना। तो सब तो पहला आप 5 नूं उधर लेके जावांगे। 5 उधर गया कादा हो गया माइनस का। हुण आप 3 नूं उधर लेके जावांगे, इधर गुण है 1 है ना। देखो हुण ये होगी समीकरण 1। √2 की होगी इत्थे? अपरिमेय संख्या है। तो यदी गल करदा P/Q परिमेय संख्या। परिमेय संख्या चो 5 घटाया, परिमेय संख्या घटाई, वह भी परिमेय संख्या। उन्होंने परिमेय संख्या नाल वंड की, वह भी की है परिमेय संख्या। तो फिर यदा मतलब यह की होगी परिमेय संख्या है। तो फिर समीकरण 1 की बन गई? अपरिमेय, क्योंकि √2 होगी अपरिमेय। सज्जे पासे की होगी परिमेय संख्या। तो अपरिमेय संख्या किहदे बराबर आ गई? परिमेय संख्या के बराबर आ गई। तो जो कि होगी धारणा गलत होगी। जे धारणा गलत होगी जो संभव नहीं, इसलिए साडी धारणा गलत है। तो 5 + 3 √2 की हो गया, आप परिमेय लेके चले सी ना, एक अपरिमेय संख्या है। तो इस तरीके नाल आप इस क्वेश्चन नूं कर सकते। हुण आप अगली उदाहरण ते गल करते हैं। एक उदाहरण होर है, इत्थे तो आप की लिया सी एक परिमेय सी एक अपरिमेय सी, ठीक है। लेकिन उत्थे दोने परिमेय ने विच किवें? उदाहरण सिद्ध करो √3 - √2 एक अपरिमेय संख्या है। हल उल्टा, मान लो √3 - √2 एक परिमेय संख्या है ना। तो जेकर ये परिमेय संख्या है तो किहदे बराबर आ गया फिर ये?
P ਵਟਾ Q ਰੂਪ ਦੇ ਵਿੱਚ। ਠੀਕ ਹੈ, ਤੇ ਉਹਦੀ ਪਰਿਭਾਸ਼ਾ ਲਿਖੋ, ਜਿੱਥੇ P Q ਸੰਪੂਰਨ ਸੰਖਿਆਵਾਂ ਹਨ ਅਤੇ Q ਬਰਾਬਰ ਨਹੀਂ 0 ਦੇ। ਹੁਣ ਇੱਥੇ ਸਮੱਸਿਆ ਦੇਖੋ ਕੀ ਆ ਗਈ। ਪਿਛਲੇ ਕੁਐਸਚਨ ਤਾਂ ਇੱਕ ਆਪਣੇ ਕੋਲੇ ਪ੍ਰਮੇय ਬਿਨਾਂ ਅੰਡਰਰੂਟ ਤੋਂ ਸੰਖਿਆ ਪਈ ਹੁੰਦੀ ਸੀ, ਆਪਾਂ ਉਧਰ ਸ਼ਿਫਟ ਕਰ ਦਿੰਦੇ, ਤੇ ਇੱਥੇ ਦੋਨੇ ਅਪ੍ਰਮੇय ਆ ਗਈਆਂ। ਤਾਂ ਇੱਥੇ ਦੋਸਤੋ ਆਪਾਂ ਨੂੰ ਕੀ ਕਰਨਾ ਪਊਗਾ, ਦੋਨਾਂ ਪਾਸੇ ਵਰਗ ਕਰਨ ਤੇ ਵਰਗ ਕਰਨਾ ਪੈਣਾ ਹੈ। ਅੰਡਰਰੂਟ 3 ਮਾਈਨਸ ਅੰਡਰਰੂਟ 2 ਦੀ ਘਾਤ 2, ਕਿਉਂਕਿ ਇਸ ਤੋਂ ਬਿਨਾਂ ਹੱਲ ਨਹੀਂ ਹੁੰਦਾ। ਫਾਰਮੂਲਾ ਬਣ ਗਿਆ a ਮਾਈਨਸ b ਦੀ 2। ਕੀ ਫਾਰਮੂਲਾ ਸੀ, ਯਾਦ ਹੋਵੇ ਤੁਹਾਡੇ, a ਦੀ 2 ਪਲੱਸ b ਦੀ 2 ਮਾਈਨਸ 2ab ਹੈ ਨਾ। a ਦੀ 2 ਪਲੱਸ b ਦੀ 2 ਮਾਈਨਸ 2ab, ਇਹ ਓਵੇਂ ਦਾ ਓਵੇਂ। ਅੰਡਰਰੂਟ 3 ਦੀ 2 ਵਾਰ ਗੁਣਾ ਕੀਤੀ, ਅੰਡਰਰੂਟ 2 ਦੀ 2 ਵਾਰ ਗੁਣਾ ਕੀਤੀ। ਇੱਥੇ ਕਿਉਂਕਿ ਆਪਾਂ ਨੂੰ ਪਤਾ ਸਿਰਫ ਅੰਡਰਰੂਟ ਵਾਲਿਆਂ ਦੀ ਆਪਸ 'ਚ ਗੁਣਾ ਹੁੰਦੀ ਹੈ, ਅੰਡਰਰੂਟ 6 ਹੈ ਨਾ। ਅੰਡਰਰੂਟ 3 ਨੂੰ ਅੰਡਰਰੂਟ 3 ਨਾਲ ਗੁਣਾ ਕੀਤੀ, ਜਦੋਂ ਇੱਕੋ ਨਾਲ ਦੇ ਆਪਾਂ ਅੰਡਰਰੂਟ ਦੀ ਗੁਣਾ ਕਰਦੇ ਹੁੰਦੇ ਕੀ ਬਚ ਜਾਂਦਾ, ਸੇਮ ਸੰਖਿਆ 3 ਪਲੱਸ ਸੇਮ। ਅੰਡਰਰੂਟ 2 ਦੀ ਅੰਡਰਰੂਟ 2 ਨਾਲ ਕੀਤੀ 2, 2 ਅੰਡਰਰੂਟ 6 ਬਰਾਬਰ P ਦੀ 2 ਵਟੇ Q ਦੀ 2, 5 ਮਾਈਨਸ 2 ਅੰਡਰਰੂਟ 6। ਇਹ ਆਪਸ 'ਚ ਹੱਲ ਨਹੀਂ ਹੁੰਦੇ, ਧਿਆਨ 'ਚ ਰੱਖਿਓ। ਕਿਉਂ, ਇੱਥੇ ਅੰਡਰਰੂਟ 6 ਹੈਗਾ, ਇੱਥੇ ਹੈ ਨਹੀਂ, ਇਹਨੂੰ ਐਜ਼ ਇਟ ਇਜ਼ ਛੱਡਾਂਗੇ। ਤੇ ਇਹ ਬਣ ਗਿਆ ਪਿਛਲਾ ਕੁਐਸਚਨ, ਬਣ ਗਿਆ ਨਾ। ਤਾਂ ਪਹਿਲਾਂ ਆਪਾਂ 5 ਨੂੰ ਇੱਧਰ ਲੈ ਕੇ ਚੱਲਾਂਗੇ, 5 ਇੱਧਰ ਆ ਕੇ ਕਾਹਦਾ ਹੋ ਗਿਆ, ਮਾਈਨਸ ਦਾ। ਹੁਣ ਆਪਾਂ ਮਾਈਨਸ 2 ਨਾਲ ਵੰਡ ਕਰਾਂਗੇ, ਤਾਂ ਹੁਣ ਆਪਣੇ ਕੋਲੇ ਦੋਸਤੋ ਕੀ ਬਣ ਗਿਆ, ਇੱਥੇ ਅੰਡਰਰੂਟ 6 अपरिमेय संख्या है ना। अंडररूट 6 अपरिमेय संख्या है ਅਤੇ P ਦੀ 2 ਵਟੇ Q ਦੀ 2। ਜਦੋਂ P ਵਟੇ Q ਪ੍ਰਮੇय ਹੈ, ਉਹਨਾਂ ਦਾ ਵਰਗ ਵੀ ਕੀ ਹੋਊ, ਪ੍ਰਮੇय। ਪ੍ਰਮੇय ਘਟਾਵਾਂਗੇ ਉਹ ਵੀ ਕੀ ਹੋਣੀ ਹੈ, ਪ੍ਰਮੇय। ਪ੍ਰਮੇय ਨਾਲ ਵੰਡ ਕਰਾਂਗੇ ਉਹ ਵੀ ਕੀ ਹੋਗੀ, ਫਿਰ परिमेय संख्या होगी। तो फिर अपने कोल की आ गया, समीकरण एक की बन गई, अपरिमेय बराबर है परिमेय संख्या, है ना। वही कॉन्सेप्ट बन गया ना, अपरिमेय बराबर है, जो प्रमेय बन गया तो फिर ਇਹਦਾ मतलब की हो गया, जो संभव नहीं है। तो अगर यह संभव नहीं है तो जिहड़ी धारणा आपां लैके चले सी, आपां मन के चले सी, की मन के चले सी कि √3 माइनस √2 की है परिमेय संख्या, आपां यह मन के चले सी। तो फिर इसलिए साडी धारणा गलत है। किहड़ी धारणा होगी, √3 माइनस √2 एक परिमेय संख्या है, तो √3 माइनस √2 फिर की हो गया, अपरिमेय संख्या है। तो ये सी दोस्तों अपने अपरिमेय संख्यावां दे नाल संबंधित क्वेश्चन। इत्थे एक गल मैं जरूर दसूँगा, किते तुसी गलती कर दो, जिवें मैं पिछे जे उदाहरण लेके चलिया सी कि परिमेय, आपां एक प्रॉपर्टी की गल कीती सी, मैं लिखी सी कि परिमेय अते अपरिमेय दा जोड़ ते घटा अपरिमेय हुंदा है। इत्थे दोने अपरिमेय ने, तो अगर तुसी सोचो कि अपरिमेय संख्यावां दा जोड़ घटा अपरिमेय हुंदा, ये गलत है दोस्तों। यह कोई रूल नहीं हैगा, तुसी 9वीं क्लास डिटेल कर चुके हो, तो इहनूं सीधा करने की कोशिश ना करियो, क्योंकि दो अपरिमेय संख्यावां दा घटा अपरिमेय भी हो सकता है, वो आपां 9वीं क्लास कर चुके हैं। तो यह हो गया अपना टॉपिक अपरिमेय संख्यावां दे नाल संबंधित। थैंक यू।